ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਸੋਨੀ ਹੈ। ਮੈਂ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਹਾਂ। ਮੇਰਾ ਸਹੁਰਾ ਪਰਿਵਾਰ ਇੱਕ ਸਾਂਝਾ ਪਰਿਵਾਰ ਸੀ ਅਤੇ ਅਸੀਂ ਸਾਰੇ ਇਕੱਠੇ ਰਹਿੰਦੇ ਸੀ। ਮੇਰੀ ਧੀ ਆਪਣੇ ਚਾਚੇ ਨੂੰ ਇੰਨਾ ਪਿਆਰ ਕਰਦੀ ਸੀ ਕਿ ਉਹ ਆਪਣੇ ਚਾਚੇ ਦੇ ਹੱਥ ਨਾਲ ਰਾਤ ਦਾ ਖਾਣਾ ਖਾਂਦੀ ਸੀ। ਜੇ ਮੈਂ ਉਸ ਨੂੰ ਆਪਣੇ ਹੱਥਾਂ ਨਾਲ ਖਵਾਉਣ ਲੱਗਦੀ ਤਾਂ ਉਹ ਰੋਣ ਲੱਗ ਪੈਂਦੀ। ਚਾਚੇ ਭਤੀਜੀ ਦਾ ਇੰਨਾ ਪਿਆਰ ਵੇਖ ਕੇ ਮੈਂ ਬਹੁਤ ਖੁਸ਼ ਹੁੰਦੀ। ਪਰ ਹੈਰਾਨੀ ਦੀ ਗੱਲ ਇਹ ਸੀ ਕਿ ਜਦੋਂ ਵੀ ਮੈਂ ਆਪਣੇ ਦਿਓਰ ਦੇ ਰਿਸ਼ਤੇ ਦੀ ਗੱਲ ਕਰਦੀ ਤਾਂ ਮੇਰੀ ਧੀ ਰਿਸ਼ਤੇ ਵਿੱਚ ਕੋਈ ਨਾ ਕੋਈ ਨੁਕਸ ਕੱਢ ਦਿੰਦੀ ਤੇ ਇਨਕਾਰ ਕਰ ਦਿੰਦੀ। ਇੱਕ ਦਿਨ ਹਨੇਰਾ ਹੋਣ ਤੋਂ ਬਾਅਦ ਮੈਂ ਆਪਣੇ ਦਿਓਰ ਦੇ ਕੱਪੜੇ ਪਾ ਕੇ ਆਪਣੀ ਧੀ ਦੇ ਕਮਰੇ ਵਿੱਚ ਚਲੀ ਗਈ। ਮੈਨੂੰ ਉਸ ਦੇ ਕਮਰੇ ਵਿੱਚ ਆਈ ਨੂੰ ਅਜੇ 5 ਮਿੰਟ ਵੀ ਨਹੀਂ ਹੋਏ ਸਨ ਜਦੋਂ ਮੇਰੀ ਬੇਟੀ ਨੇ ਅਜਿਹੀ ਗੱਲ ਕਹੀ ਕਿ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮਾਪੇ ਅਕਸਰ ਅਣਜਾਣ ਰਹਿੰਦੇ ਹਨ ਤੇ ਉਹਨਾਂ ਦੇ ਬੱਚੇ ਉਹ ਕੰਮ ਕਰਨ ਲੱਗ ਪੈਂਦੇ ਹਨ ਜਿਨ੍ਹਾਂ ਬਾਰੇ ਮਾਪਿਆਂ ਨੇ ਕਦੀ ਸੋਚਿਆ ਵੀ ਨਹੀਂ ਹੁੰਦਾ। ਮੇਰੇ ਪਤੀ ਬਹੁਤ ਜਲਦੀ ਇਸ ਸੰਸਾਰ ਤੋਂ ਚਲੇ ਗਏ। ਰੱਬ ਦੀ ਮਿਹਰ ਨਾਲ ਮੈਂ ਇੱਕ ਸੁੰਦਰ ਧੀ ਨੂੰ ਜਨਮ ਦਿੱਤਾ ਅਤੇ ਮੇਰੇ ਸਹੁਰੇ ਘਰ ਵਿੱਚ ਮੇਰਾ ਇੱਕ ਦਿਓਰ ਵੀ ਸੀ ਜੋ ਮੇਰੇ ਪਤੀ ਤੋਂ ਛੋਟਾ ਸੀ। ਇੱਕ ਬੱਚਾ ਹੋਣ ਤੋਂ ਬਾਅਦ ਮੇਰੇ ਕੋਈ ਔਲਾਦ ਨਹੀਂ ਹੋਈ ਅਤੇ ਮੇਰੇ ਵਿਆਹ ਦੇ 6 ਸਾਲ ਬਾਅਦ ਮੇਰੇ ਪਤੀ ਦੀ ਮੌਤ ਹੋ ਗਈ। ਮੇਰੇ ਪਤੀ ਦਾ ਇੱਕ ਭਰਾ ਸੀ, ਮੇਰਾ ਦਿਓਰ, ਅਜੇ ਜੋ ਮੈਨੂੰ ਹਮੇਸ਼ਾ ਆਪਣੀ ਮਾਂ ਵਾਂਗ ਸਮਝਦਾ ਸੀ। ਕਿਉਂਕਿ ਮੇਰੇ ਪਤੀ ਦੇ ਮਾਤਾ ਪਿਤਾ ਇਸ ਦੁਨੀਆ ਵਿੱਚ ਨਹੀਂ ਸਨ। ਵਿਆਹ ਤੋਂ ਬਾਅਦ ਮੈਂ ਆਪਣੇ ਦਿਓਰ ਦੀ ਬਹੁਤ ਇੱਜ਼ਤ ਅਤੇ ਖਿਆਲ ਰੱਖਦੀ। ਪਹਿਲਾਂ ਅਸੀਂ ਇੱਕ ਪਿੰਡ ਵਿੱਚ ਰਹਿੰਦੇ ਸੀ ਤੇ ਆਂਢ ਗੁਆਂਢ ਦੇ ਲੋਕ ਸਾਨੂੰ ਬਹੁਤ ਤੰਗ ਕਰਦੇ ਸਨ। ਅਸੀਂ ਗਰੀਬ ਲੋਕ ਸੀ, ਇਸ ਲਈ ਅਸੀਂ ਆਪਣਾ ਇਲਾਕਾ ਇਸ ਤਰ੍ਹਾਂ ਨਹੀਂ ਛੱਡ ਸਕਦੇ ਸੀ। ਮੈਂ ਇੱਕ ਵਿਧਵਾ ਸੀ, ਇਸੇ ਲਈ ਲੋਕਾਂ ਨੇ ਮੈਨੂੰ ਤਾਨੇ ਮਾਰਨ ਵਿੱਚ ਕੋਈ ਕਸਰ ਨਹੀਂ ਛੱਡੀ। ਦਰਅਸਲ ਮੇਰੇ ਗੁਆਂਢ ਵਿੱਚ ਰਹਿਣ ਵਾਲੀ ਔਰਤ ਨੇ ਮੇਰੇ ਉੱਤੇ ਆਪਣੇ ਪਤੀ ਨਾਲ ਅਫੇਅਰ ਹੋਣ ਦਾ ਦੋਸ਼ ਲਗਾਇਆ ਸੀ। ਮੈਂ ਬਹੁਤ ਸੋਹਣੀ ਸੀ, ਇਸ ਕਾਰਨ ਉਹ ਮੇਰੇ 'ਤੇ ਮੱਚਦੀ ਰਹਿੰਦੀ ਸੀ। ਮੇਰੇ ਨੇੜੇ ਦੇ ਘਰਾਂ ਦੇ ਗੁਆਂਢੀ ਵੀ ਮੇਰੀ ਬਹੁਤ ਤਾਰੀਫ ਕਰਦੇ ਸਨ ਜੋ ਕਿ ਉਸ ਔਰਤ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ। ਇਸ ਲਈ ਉਹ ਮੈਨੂੰ ਲੋਕਾਂ ਦੀਆਂ ਨਜ਼ਰਾਂ ਵਿੱਚ ਬੁਰਾ ਬਣਾਉਣ ਲਈ ਕੋਈ ਨਾ ਕੋਈ ਬਹਾਨਾ ਲੱਭਦੀ ਰਹਿੰਦੀ। ਉਸ ਸਮੇਂ ਮੇਰੀ ਧੀ ਬਹੁਤ ਛੋਟੀ ਸੀ ਤੇ ਮੇਰੇ ਪਤੀ ਦੀ ਮੌਤ ਹੋ ਚੁੱਕੀ ਸੀ, ਜਿਸ ਕਾਰਨ ਮੈਂ ਕੁਝ ਨਹੀਂ ਕਰ ਸਕੀ ਕਿਉਂਕਿ ਮੈਂ ਬਹੁਤ ਬੇਵਸ ਮਹਿਸੂਸ ਕਰ ਰਹੀ ਸੀ। ਉਹ ਮੇਰੇ ਤੋਂ ਹਰ ਤਰ੍ਹਾਂ ਦੇ ਇਲਜ਼ਾਮ ਲਗਾਉਂਦੀ ਜਿਸ ਨੂੰ ਪਿੰਡ ਦੇ ਲੋਕ ਸੱਚਾ ਸਮਝਦੇ ਸਨ ਤੇ ਮੈਨੂੰ ਚਰਿੱਤਰਹੀਣ ਕਹਿੰਦੇ ਸਨ। ਬਾਅਦ ਵਿੱਚ ਮੇਰੀ ਬੇਟੀ ਦਾ ਨਾਮ ਵੀ ਆਉਣ ਲੱਗਾ। ਜੇ ਉਹ ਇਸ ਤਰ੍ਹਾਂ ਦੀ ਹੈ ਤਾਂ ਉਸਦੀ ਧੀ ਵੱਡੀ ਹੋ ਕੇ ਕਿਹੋ ਜਿਹੀ ਹੋਵੇਗੀ। ਮੇਰੇ ਪਿੰਡ ਦੇ ਲੋਕਾਂ ਨੇ ਕਿਹਾ ਕਿ ਉਹ ਮੇਰਾ ਵਿਆਹ ਪਿੰਡ ਦੇ ਕਿਸੇ ਗਰੀਬ ਆਦਮੀ ਨਾਲ ਕਰ ਦੇਣਗੇ, ਪਰ ਮੈਂ ਇਹ ਨਹੀਂ ਚਾਹੁੰਦੀ ਸੀ ਕਿਉਂਕਿ ਮੇਰੀ ਧੀ ਬਹੁਤ ਛੋਟੀ ਸੀ। ਮੈਂ ਕੋਈ ਹੋਰ ਆਦਮੀ ਨਹੀਂ ਚਾਹੁੰਦੀ ਸੀ ਜੋ ਮੇਰੀ ਧੀ ਨੂੰ ਸਵੀਕਾਰ ਨਾ ਕਰ ਸਕੇ। ਮੈਂ ਅਜਿਹੇ ਆਦਮੀ ਨਾਲ ਵਿਆਹ ਨਹੀਂ ਕਰ ਸਕਦੀ ਸੀ। ਹੁਣ ਮੈਨੂੰ ਆਪਣੀ ਧੀ ਦੀ ਪਰਵਰਿਸ਼ ਦੀ ਚਿੰਤਾ ਸੀ। ਇਹ ਸਾਰੀਆਂ ਸਮੱਸਿਆਵਾਂ ਮੇਰੇ ਪਤੀ ਦੀ ਮੌਤ ਤੋਂ ਬਾਅਦ ਹੀ ਆਈਆਂ। ਉਸ ਔਰਤ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ ਸੀ। ਮੈਂ ਬਹੁਤ ਪਰੇਸ਼ਾਨ ਸੀ। ਮੈਂ ਆਪਣੇ ਦਿਓਰ ਨਾਲ ਵਿਆਹ ਵੀ ਨਹੀਂ ਕਰ ਸਕਦੀ ਸੀ ਕਿਉਂਕਿ ਉਹ ਮੇਰੇ ਤੋਂ ਬਹੁਤ ਛੋਟਾ ਸੀ। ਮੇਰਾ ਦਿਓਰ ਬਹੁਤ ਹੀ ਸਮਝਦਾਰ ਤੇ ਚੰਗਾ ਇਨਸਾਨ ਸੀ ਅਤੇ ਮੇਰੀ ਬਹੁਤ ਇੱਜ਼ਤ ਕਰਦਾ ਸੀ, ਪਰ ਮੈਂ ਕਿਸੇ ਹੋਰ ਨਾਲ ਵਿਆਹ ਨਹੀਂ ਕਰ ਸਕਦੀ ਸੀ ਕਿਉਂਕਿ ਨੇਹਾ ਦੇ ਕਾਰਨ ਇਸ ਪਿੰਡ ਵਿੱਚ ਮੇਰੀ ਬਹੁਤ ਬੇਇੱਜ਼ਤੀ ਹੋ ਗਈ ਸੀ। ਇਸ ਲਈ ਮੈਂ ਇਸ ਪਿੰਡ ਵਿੱਚ ਰਹਿੰਦਿਆਂ ਕਦੇ ਵੀ ਖੁਸ਼ ਨਹੀਂ ਰਹਿ ਸਕਦੀ। ਇੱਕ ਦਿਨ ਗੱਲ ਬਹੁਤ ਵੱਧ ਗਈ। ਨੇਹਾ ਨੇ ਪੂਰੇ ਪਿੰਡ ਵਿੱਚ ਕਹਿ ਦਿੱਤਾ ਕਿ ਮੈਂ ਆਪਣੇ ਘਰ ਆਦਮੀਆਂ ਨੂੰ ਮਿਲਣ ਲਈ ਬੁਲਾਉਂਦੀ ਹਾਂ। ਜਦੋਂ ਮੇਰੇ ਦਿਓਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਕਹਿਣ ਲੱਗਾ, ਭਾਬੀ, ਮੈਨੂੰ ਤੁਹਾਡੇ 'ਤੇ ਪੂਰਾ ਭਰੋਸਾ ਹੈ। ਅਸੀਂ ਇਹ ਘਰ ਛੱਡ ਕੇ ਕਿਤੇ ਚਲੇ ਜਾਂਦੇ ਹਾਂ। ਇੱਥੇ ਅਸੀਂ ਬਹੁਤ ਬਦਨਾਮ ਹੋ ਗਏ ਹਾਂ ਤੇ ਫਿਰ ਅਸੀਂ ਰੋਸ਼ਨੀ ਨੂੰ ਵੀ ਸੰਭਾਲਣਾ ਹੈ। ਉਹ ਇੱਕ ਕੁੜੀ ਹੈ ਤੇ ਮੈਂ ਨਹੀਂ ਚਾਹੁੰਦਾ ਕਿ ਹੁਣ ਤੂੰ ਹੀ ਕੋਈ ਸਾਡੀ ਰੋਸ਼ਨੀ ਬਾਰੇ ਬੁਰਾ ਭਲਾ ਕਹੇ ਅਤੇ ਉਹ ਬਚਪਨ ਤੋਂ ਹੀ ਬਦਨਾਮ ਹੋ ਜਾਵੇ। ਨੇਹਾ ਬਹੁਤ ਮਾੜੀ ਔਰਤ ਹੈ। ਇਸ ਨੇ ਤੈਨੂੰ ਸਾਰੇ ਪਿੰਡ ਵਿੱਚ ਬਦਨਾਮ ਕਰ ਦਿੱਤਾ ਹੈ। ਹੁਣ ਸਾਡਾ ਇੱਥੇ ਰਹਿਣਾ ਬਹੁਤ ਔਖਾ ਹੋ ਗਿਆ। ਮੈਂ ਤੁਹਾਡੀ ਮਦਦ ਕਰਨਾ ਚਾਹੁੰਦਾ ਹਾਂ। ਅਸੀਂ ਇਹ ਘਰ ਛੱਡ ਕੇ ਕਿਤੇ ਹੋਰ ਰਹਿਣ ਜਾਵਾਂਗੇ। ਮੈਂ ਆਪਣੇ ਦਿਓਰ ਨੂੰ ਕਿਹਾ, ਪਰ ਇਹ ਤਾਂ ਸਾਡਾ ਆਪਣਾ ਹੈ, ਭਾਵੇਂ ਛੋਟਾ ਹੈ, ਪਰ ਇਸ ਘਰ ਨੂੰ ਛੱਡ ਕੇ ਕਿੱਥੇ ਜਾ ਸਕਦੇ ਹਾਂ। ਮੇਰੇ ਦਿਓਰ ਨੇ ਕਿਹਾ ਕਿ ਭਾਬੀ ਜੀ, ਦੁਨੀਆ ਬਹੁਤ ਵੱਡੀ ਆ। ਅਸੀਂ ਕਿਤੇ ਵੀ ਇੱਜ਼ਤ ਨਾਲ ਰਹਿ ਸਕਦੇ ਹਾਂ, ਪਰ ਇੱਥੇ ਇੱਜ਼ਤ ਨਾਲ ਨਹੀਂ ਰਹਿ ਸਕਦੇ। ਮੇਰੇ ਦਿਓਰ ਨੇ ਕਿਹਾ, ਭਾਬੀ, ਮੈਂ ਆਪਣੀ ਭਤੀਜੀ ਨੂੰ ਅਤੇ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ। ਹੁਣ ਮੇਰੇ ਲਈ ਦੁਨੀਆ ਵਿੱਚ ਸਿਰਫ ਤੁਸੀਂ ਦੋ ਹੀ ਰਹਿ ਗਏ ਹੋ। ਹੁਣ ਹਾਲਾਤ ਇਹ ਬਣ ਗਏ ਹਨ ਕਿ ਸਾਡਾ ਇੱਥੇ ਰਹਿਣਾ ਮੁਸ਼ਕਲ ਹੋ ਗਿਆ ਹੈ।
ਹਰ ਕੋਈ ਤੁਹਾਨੂੰ ਮੈਲੀਆਂ ਨਜ਼ਰਾਂ ਨਾਲ ਦੇਖਦਾ ਹੈ ਤੇ ਹਰ ਕੋਈ ਮੇਰਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਅਪਮਾਨ ਕਰਦਾ ਹੈ। ਆਖਰ ਅਸੀਂ ਇਸ ਤਰ੍ਹਾਂ ਕਦੋਂ ਤੱਕ ਜੀ ਸਕਦੇ ਹਾਂ? ਨੇਹਾ ਨੇ ਮੈਨੂੰ ਪੂਰੇ ਪਿੰਡ ਵਿੱਚ ਚਰਿੱਤਰਹੀਣ ਸਾਬਤ ਕਰ ਦਿੱਤਾ ਸੀ। ਇੱਥੋਂ ਤੱਕ ਵੀ ਕਹਿ ਦਿੱਤਾ ਸੀ ਕਿ ਇਸ ਘਰ ਵਿੱਚ ਰਹਿੰਦਿਆਂ ਮੈਂ ਆਪਣੇ ਦਿਓਰ 'ਤੇ ਵੀ ਨਜ਼ਰ ਰੱਖਦੀ ਹਾਂ ਅਤੇ ਗੈਰ ਮਰਦਾਂ ਨਾਲ ਸੰਬੰਧ ਬਣਾਉਣ ਦੇ ਚੱਕਰ ਵਿੱਚ ਮੈਂ ਆਪਣੇ ਪਤੀ ਨੂੰ ਵੀ ਮਾਰ ਦਿੱਤਾ ਹੈ। ਮੇਰਾ ਆਪਣੇ ਪਤੀ ਨਾਲ ਪ੍ਰੇਮ ਵਿਆਹ ਸੀ ਤੇ ਮੇਰਾ ਪਤੀ ਮੈਨੂੰ ਸ਼ਹਿਰ ਤੋਂ ਭਜਾ ਕੇ ਆਪਣੇ ਪਿੰਡ ਲੈ ਆਇਆ ਸੀ। ਮੇਰੀ ਸੁੰਦਰਤਾ ਅਤੇ ਮੇਰੇ ਪ੍ਰੇਮ ਵਿਆਹ ਨੇ ਮੈਨੂੰ ਅਪਮਾਨ ਅਤੇ ਬਦਨਾਮੀ ਤੋਂ ਇਲਾਵਾ ਕੁਝ ਨਹੀਂ ਦਿੱਤਾ। ਮੈਂ ਸੋਚਿਆ ਸੀ ਕਿ ਵਿਆਹ ਤੋਂ ਬਾਅਦ ਜਦੋਂ ਮੈਂ ਆਪਣੇ ਪਤੀ ਦੇ ਘਰ ਜਾਵਾਂਗੀ ਤਾਂ ਮੈਂ ਸ਼ਾਂਤੀ ਨਾਲ ਜੀਵਨ ਬਤੀਤ ਕਰ ਸਕਾਂਗੀ, ਪਰ ਮੈਨੂੰ ਨਹੀਂ ਪਤਾ ਸੀ ਕਿ ਇੱਥੇ ਆਉਣ ਨਾਲ ਮੇਰੀ ਸ਼ਾਂਤੀ ਖਤਮ ਹੋਣ ਵਾਲੀ ਹੈ। ਨੇਹਾ ਵਰਗੀ ਔਰਤ ਮੇਰੀ ਜ਼ਿੰਦਗੀ 'ਚ ਖਲਨਾਇਕ ਦੀ ਭੂਮਿਕਾ ਨਿਭਾਏਗੀ। ਮੈਂ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ। ਮੈਂ ਆਪਣੀ ਬੇਟੀ 'ਤੇ ਬਹੁਤ ਸਖਤ ਹੋਣਾ ਸ਼ੁਰੂ ਕਰ ਦਿੱਤਾ। ਜਦੋਂ ਉਹ 4 ਸਾਲ ਦੀ ਸੀ, ਹੁਣ ਮੇਰੀ ਧੀ 20 ਸਾਲ ਦੀ ਹੈ ਤੇ ਮੇਰਾ ਦਿਓਰ 35 ਸਾਲ ਦਾ ਹੋ ਗਿਆ। ਅਸੀਂ ਉਹ ਪਿੰਡ ਛੱਡ ਕੇ ਰਾਤ ਦੇ ਹਨੇਰੇ ਵਿੱਚ ਸ਼ਹਿਰ ਆ ਗਏ। ਮੇਰਾ ਪੇਕਾ ਘਰ ਸ਼ਹਿਰ ਵਿੱਚ ਹੀ ਸੀ। ਮੈਂ ਆਪਣੇ ਮਾਪਿਆਂ ਦੀ ਸਭ ਤੋਂ ਛੋਟੀ ਅਤੇ ਸਭ ਤੋਂ ਪਿਆਰੀ ਧੀ ਸੀ। ਮੇਰਾ ਪਤੀ ਕੰਮ ਕਰਨ ਲਈ ਪਿੰਡ ਤੋਂ ਸ਼ਹਿਰ ਆਉਂਦਾ ਸੀ ਤੇ ਉਦੋਂ ਹੀ ਮੇਰਾ ਉਸ ਨਾਲ ਅਫੇਅਰ ਹੋ ਗਿਆ। ਮੈਂ ਇੱਕ ਪੜ੍ਹੀ ਲਿਖੀ ਕੁੜੀ ਸੀ ਤੇ ਚੰਗੀ ਤਰ੍ਹਾਂ ਜਾਣਦੀ ਸੀ ਕਿ ਮੇਰੇ ਮਾਪੇ ਕਦੇ ਵੀ ਆਪਣੀ ਪੜ੍ਹੀ ਲਿਖੀ ਧੀ ਦਾ ਵਿਆਹ ਪਿੰਡ ਦੇ ਗਵਾਰ ਨਾਲ ਨਹੀਂ ਕਰਨਗੇ। ਮੈਂ ਆਪਣੇ ਪਤੀ ਨੂੰ ਬਹੁਤ ਪਿਆਰ ਕਰਦੀ ਸੀ। ਮੈਂ ਉਸ ਦੇ ਪੜ੍ਹੇ ਲਿਖੇ ਨਾ ਹੋਣ ਬਾਰੇ ਕਦੇ ਕੁਝ ਸੋਚਿਆ ਹੀ ਨਹੀਂ, ਕਿਉਂਕਿ ਉਹ ਮੈਨੂੰ ਬਹੁਤ ਖੁਸ਼ ਰੱਖਦਾ ਸੀ। ਇਸ ਲਈ ਮੈਂ ਉਸ ਦੇ ਪਿਆਰ ਵਿੱਚ ਅੰਨੀ ਹੋ ਕੇ ਆਪਣੇ ਮਾਤਾ ਪਿਤਾ ਦਾ ਘਰ ਛੱਡ ਕੇ ਪਿੰਡ ਵਿੱਚ ਰਹਿਣ ਲੱਗ ਪਈ। ਕਿਉਂਕਿ ਮੇਰੇ ਪਤੀ ਦੇ ਕੋਈ ਮਾਪੇ ਨਹੀਂ ਸਨ, ਸਿਰਫ ਇੱਕ ਛੋਟਾ ਭਰਾ ਸੀ। ਇਸੇ ਕਰਕੇ ਵਿਆਹ ਤੋਂ ਬਾਅਦ ਮੈਨੂੰ ਸਹੁਰੇ ਘਰ ਵਿੱਚ ਕੋਈ ਮੁਸ਼ਕਲ ਨਹੀਂ ਆਈ। ਜਦੋਂ ਮੇਰਾ ਵਿਆਹ ਹੋਇਆ ਤਾਂ ਮੇਰਾ ਦਿਓਰ 9 ਸਾਲ ਦਾ ਹੀ ਸੀ ਤੇ ਹੁਣ ਜਦੋਂ ਅਸੀਂ ਸ਼ਹਿਰ ਵਿੱਚ ਆਏ ਹਾਂ ਤਾਂ ਸਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੇਰੇ ਦਿਓਰ ਨੇ ਕਿਰਾਏ 'ਤੇ ਮਕਾਨ ਲਿਆ। ਮੈਂ ਆਪਣੇ ਗਹਿਣੇ ਵੀ ਵੇਚ ਦਿੱਤੇ ਜੋ ਮੇਰੇ ਪਤੀ ਨੇ ਮੇਰੇ ਲਈ ਬਣਵਾਏ ਸੀ। ਇਸ ਤਰ੍ਹਾਂ ਹੀ ਅਸੀਂ ਆਪਣਾ ਗੁਜ਼ਾਰਾ ਚਲਾਉਂਦੇ ਸੀ। ਹੌਲੀ ਹੌਲੀ ਮੇਰੇ ਦਿਓਰ ਨੂੰ ਸ਼ਹਿਰ ਵਿੱਚ ਚੰਗਾ ਕੰਮ ਮਿਲ ਗਿਆ ਅਤੇ ਸਾਡੇ ਹਾਲਾਤ ਸੁਧਰਦੇ ਗਏ। ਹੁਣ ਮੇਰੀ ਧੀ ਜਵਾਨ ਹੋ ਗਈ ਹੈ। ਅਸੀਂ ਕਿਰਾਏ ਦੇ ਇੱਕ ਛੋਟੇ ਜਿਹੇ ਮਕਾਨ ਵਿੱਚ ਰਹਿੰਦੇ ਹਾਂ। ਮੇਰੀ ਧੀ ਸਿਲਾਈ ਵਿੱਚ ਬਹੁਤ ਚੰਗੀ ਹੈ ਅਤੇ ਉਸਨੇ ਘਰ ਵਿੱਚ ਇੱਕ ਸੈਂਟਰ ਖੋਲ੍ਹਿਆ ਹੈ। ਮੇਰਾ ਦਿਓਰ ਲੋਕਾਂ ਦੇ ਘਰਾਂ ਨੂੰ ਪੇਂਟ ਕਰਦਾ ਹੈ। ਅਸੀਂ ਬਹੁਤ ਸਧਾਰਨ ਲੋਕ ਹਾਂ ਤੇ ਸ਼ਹਿਰ ਆ ਕੇ ਸਾਡਾ ਗੁਜ਼ਾਰਾ ਆਰਾਮ ਨਾਲ ਚੱਲ ਰਿਹਾ। ਪੁਰਾਣੇ ਦਿਨਾਂ ਨੂੰ ਯਾਦ ਕਰਕੇ ਮੈਨੂੰ ਅਕਸਰ ਬੇਚੈਨੀ ਮਹਿਸੂਸ ਹੁੰਦੀ ਸੀ, ਪਰ ਫਿਰ ਮੈਂ ਆਪਣੇ ਆਪ ਨੂੰ ਹੌਸਲਾ ਦਿੰਦੀ ਸੀ। ਮੇਰੇ ਦਿਓਰ ਨੇ ਮੇਰਾ ਬਹੁਤ ਸਾਥ ਦਿੱਤਾ ਅਤੇ ਉਹ ਵੀ ਮੇਰੀ ਧੀ ਨੂੰ ਬਹੁਤ ਪਿਆਰ ਕਰਦਾ ਸੀ। ਬਚਪਨ ਤੋਂ ਹੀ ਮੇਰੀ ਬੇਟੀ ਨੇ ਆਪਣੇ ਚਾਚੇ ਤੋਂ ਇਲਾਵਾ ਹੋਰ ਕਿਸੇ ਨੂੰ ਨਹੀਂ ਵੇਖਿਆ ਸੀ। ਜਦੋਂ ਵੀ ਮੈਂ ਚਾਚੇ ਭਤੀਜੀ ਦਾ ਪਿਆਰ ਵੇਖਦੀ ਤਾਂ ਮੇਰਾ ਮਨ ਬਹੁਤ ਖੁਸ਼ ਹੋ ਜਾਂਦਾ। ਇੰਨੇ ਸਾਲਾਂ ਤੋਂ ਅਸੀਂ ਇਕੱਲੇ ਹੀ ਰਹਿ ਰਹੇ ਸੀ। ਸ਼ਹਿਰ ਆਉਣ ਤੋਂ ਬਾਅਦ ਮੈਂ ਨਾ ਤਾਂ ਆਪਣੇ ਗੁਆਂਢੀਆਂ ਨਾਲ ਜ਼ਿਆਦਾ ਗੱਲਬਾਤ ਕੀਤੀ ਤੇ ਨਾ ਹੀ ਮੈਂ ਆਪਣੀ ਧੀ ਨੂੰ ਜ਼ਿਆਦਾ ਬਾਹਰ ਜਾਣ ਦਿੱਤਾ। ਮੇਰੇ ਦਿਓਰ ਨੇ ਮੇਰਾ ਬਹੁਤ ਸਾਥ ਦਿੱਤਾ ਤੇ ਉਹ ਵੀ ਮੇਰੀ ਧੀ ਨੂੰ ਬਹੁਤ ਪਿਆਰ ਕਰਦਾ ਸੀ। ਬਚਪਨ ਤੋਂ ਹੀ ਮੇਰੀ ਬੇਟੀ ਨੇ ਆਪਣੇ ਚਾਚੇ ਤੋਂ ਇਲਾਵਾ ਕਿਸੇ ਹੋਰ ਨੂੰ ਨਹੀਂ ਦੇਖਿਆ ਸੀ। ਹੁਣ ਉਹ ਸਿਰਫ ਆਪਣੇ ਕਾਲਜ ਲਈ ਜਾਂ ਕਿਸੇ ਜ਼ਰੂਰੀ ਕੰਮ ਲਈ ਹੀ ਬਾਹਰ ਜਾਂਦੀ ਸੀ। ਕੁੜੀਆਂ ਸਿਲਾਈ ਸਿੱਖਣ ਲਈ ਘਰ ਆਉਂਦੀਆਂ ਸਨ। ਮੈਂ ਆਪਣੀ ਧੀ ਨੂੰ ਬਹੁਤ ਸਮਝਾਇਆ ਕਿ ਇਹ ਦੁਨੀਆ ਬਹੁਤ ਮਾੜੀ ਆ, ਇੱਥੇ ਪਿਆਰ ਦੇ ਨਾਮ 'ਤੇ ਧੋਖਾ ਮਿਲਦਾ। ਮੇਰਾ ਦਿਓਰ ਹਮੇਸ਼ਾ ਆਪਣੀ ਭਤੀਜੀ ਨੂੰ ਬਹੁਤ ਪਿਆਰ ਕਰਦਾ। ਮੇਰੇ ਦਿਓਰ ਦਾ ਕੱਦ ਅਤੇ ਸਿਹਤ ਇੰਨੀ ਚੰਗੀ ਸੀ ਕਿ ਇੰਨੀ ਉਮਰ ਦੇ ਬਾਵਜੂਦ ਉਹ ਜਵਾਨ ਲੱਗਦਾ ਸੀ। ਜਦੋਂ ਵੀ ਮੈਂ ਆਪਣੇ ਦਿਓਰ ਨੂੰ ਵਿਆਹ ਕਰਨ ਲਈ ਕਹਿੰਦੀ ਤਾਂ ਉਹ ਵਿਆਹ ਕਰਨ ਤੋਂ ਇਨਕਾਰ ਕਰ ਦਿੰਦਾ। ਉਹ ਕਹਿੰਦਾ ਸੀ ਕਿ ਮੈਂ ਪਹਿਲਾਂ ਆਪਣੀ ਭਤੀਜੀ ਦਾ ਵਿਆਹ ਕਰਾਂਗਾ, ਫਿਰ ਆਪਣਾ ਵਿਆਹ ਕਰਾਂਗਾ। ਮੈਂ ਉਸ ਨੂੰ ਕਹਿੰਦੀ ਸੀ, ਵਿਜੇ ਉਦੋਂ ਤੱਕ ਤੂੰ ਬੁੱਢਾ ਹੋ ਜਾਵੇਂਗਾ। ਪਰ ਉਹ ਕਹਿੰਦਾ, ਮੈਨੂੰ ਆਪਣੀ ਉਮਰ ਦੀ ਪਰਵਾਹ ਨਹੀਂ। ਮੈਂ ਆਪਣੇ ਦਿਓਰ ਵੱਲੋਂ ਹਮੇਸ਼ਾ ਬੇਪਰਵਾਹ ਰਹਿੰਦੀ ਸੀ। ਪਰ ਫਿਰ ਕੁਝ ਅਜੀਬ ਹੋਣ ਲੱਗਾ, ਇੰਨਾ ਅਜੀਬ ਕਿ ਮੈਂ ਹੈਰਾਨ ਅਤੇ ਚਿੰਤਾ ਮਹਿਸੂਸ ਕਰਨ ਲੱਗ ਪਈ। ਮੇਰੀ ਧੀ ਹਮੇਸ਼ਾ ਮੇਰੇ ਹੱਥੋਂ ਖਾਣਾ ਖਾਂਦੀ ਸੀ, ਪਰ ਕੁਝ ਦਿਨਾਂ ਤੋਂ ਉਹ ਜ਼ਿੱਦ ਕਰ ਰਹੀ ਸੀ ਕਿ ਜੇ ਉਹ ਰੋਟੀ ਖਾਵੇਗੀ ਤਾਂ ਚਾਚੇ ਦੇ ਹੱਥ ਦੀ ਹੀ ਖਾਵੇਗੀ। ਮੈਂ ਆਪਣੀ ਧੀ ਨੂੰ ਸਮਝਾਇਆ ਕਿ ਤੇਰਾ ਚਾਚਾ ਸੌਂ ਗਿਆ, ਉਸਨੇ ਸਵੇਰੇ ਕੰਮ 'ਤੇ ਜਾਣਾ ਹੁੰਦਾ, ਜਿਸ ਕਰਕੇ ਉਹ ਜਲਦੀ ਉੱਠਦਾ। ਤੂੰ ਖਾਣਾ ਖਾ ਅਤੇ ਸੌਂ ਜਾ। ਪਰ ਉਸਨੇ ਕਿਹਾ ਕਿ ਤੁਸੀਂ ਮੇਰੇ ਚਾਚੇ ਨੂੰ ਬੁਲਾਓ, ਮੈਂ ਆਪਣੇ ਚਾਚੇ ਦੇ ਹੱਥੋਂ ਹੀ ਖਾਣਾ ਖਾਵਾਂਗੀ। ਮੈਨੂੰ ਉਸ ਦੀਆਂ ਗੱਲਾਂ 'ਤੇ ਗੁੱਸਾ ਆ ਗਿਆ। ਮੈਂ ਉਸ ਨੂੰ ਪੁੱਛਿਆ, ਇਹ ਕੀ ਆ? ਤੂੰ ਛੋਟੇ ਬੱਚਿਆਂ ਵਾਂਗ ਜ਼ਿੱਦੀ ਕਿਉਂ ਹੋ ਗਈ?
ਕੁਝ ਹੀ ਦੇਰ ਵਿੱਚ ਮੇਰੀ ਉੱਚੀ ਆਵਾਜ਼ ਸੁਣ ਕੇ ਮੇਰਾ ਦਿਓਰ ਵੀ ਮੇਰੀ ਬੇਟੀ ਦੇ ਕਮਰੇ ਵਿੱਚ ਆ ਗਿਆ। ਸ਼ਾਇਦ ਮੇਰੀ ਉੱਚੀ ਆਵਾਜ਼ ਨੇ ਉਸ ਨੂੰ ਜਗਾ ਦਿੱਤਾ ਸੀ। ਉਸਨੇ ਕਿਹਾ, ਭਾਬੀ ਤੁਸੀਂ ਰੌਲਾ ਕਿਉਂ ਪਾ ਰਹੇ ਹੋ? ਮੈਂ ਉਸ ਨੂੰ ਕਿਹਾ ਕਿ ਰੌਸ਼ਨੀ ਜਿੱਦ ਕਰ ਰਹੀ ਆ ਕਿ ਉਸਨੇ ਤੇਰੇ ਹੱਥੋਂ ਹੀ ਖਾਣਾ ਖਾਣਾ ਹੈ। ਮੇਰੀ ਇਹ ਗੱਲ ਸੁਣ ਕੇ ਵਿਜੇ ਹੱਸਣ ਲੱਗ ਪਿਆ। ਬੋਲਿਆ, ਇਹ ਇੰਨੀ ਸਧਾਰਨ ਗੱਲ ਹੈ, ਕੋਈ ਗੱਲ ਨਹੀਂ, ਮੈਂ ਰੋਸ਼ਨੀ ਨੂੰ ਆਪਣੇ ਹੱਥ ਨਾਲ ਖਾਣਾ ਖਵਾਵਾਂਗਾ। ਰੋਸ਼ਨੀ ਨੇ ਵਿਜੇ ਦੇ ਹੱਥ ਦਾ ਖਾਣਾ ਖਾ ਲਿਆ ਤੇ ਵਿਜੇ ਕਰੀਬ 1 ਘੰਟੇ ਤੱਕ ਰੋਸ਼ਨੀ ਦੇ ਕਮਰੇ ਵਿੱਚ ਬੈਠਾ ਰਿਹਾ। ਰਾਤ ਦੇ 11 ਵੱਜ ਚੁੱਕੇ ਸੀ। ਮੈਂ ਕਿਹਾ, ਤੁਸੀਂ ਉਸ ਨੂੰ ਖਾਣਾ ਖਵਾਉਂਦੇ ਖਵਾਉਂਦੇ ਪੂਰਾ 1 ਘੰਟਾ ਲਗਾ ਦਿੱਤਾ। ਤੂੰ ਸਵੇਰੇ ਜਲਦੀ ਜਾਗਣਾ। ਜੇ ਤੂੰ ਇੰਨੀ ਦੇਰ ਤੱਕ ਜਾਗਦਾ ਰਿਹਾ ਤਾਂ ਤੇਰੀ ਸਵੇਰੇ ਅੱਖ ਕਿਵੇਂ ਖੁੱਲ੍ਹੇਗੀ? ਤਾਂ ਉਹ ਕਹਿਣ ਲੱਗਾ, ਭਾਬੀ ਅਸੀਂ ਚਾਚਾ ਭਤੀਜੀ ਗੱਲਾਂ ਕਰ ਰਹੇ ਸੀ, ਬਸ ਗੱਲ ਕਰਨ ਵਿੱਚ ਕੁਝ ਸਮਾਂ ਲੱਗ ਗਿਆ। ਮੈਂ ਵਿਜੇ ਨੂੰ ਕਿਹਾ ਕਿ ਗੱਲਾਂ ਵਿੱਚ ਸਮਾਂ ਬਰਬਾਦ ਨਾ ਕਰਿਆ ਕਰ, ਜਲਦੀ ਸੌਂ ਜਾਇਆ ਕਰ। ਮੈਂ ਬਹੁਤ ਹੈਰਾਨ ਹੋਈ ਕਿ ਅਚਾਨਕ ਰੋਸ਼ਨੀ ਇੰਨੀ ਜਿੱਦ ਕਿਉਂ ਕਰਨ ਲੱਗੀ ਸੀ। ਉਸਨੇ ਆਪਣੇ ਚਾਚੇ ਦੇ ਹੱਥੋਂ ਹੀ ਖਾਣਾ ਖਾਣਾ ਸੀ। ਫਿਲਹਾਲ ਇਹ ਮਾਮਲਾ ਕਈ ਦਿਨ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਹੁਣ ਇੱਕ ਦਿਨ ਦੀ ਗੱਲ ਸੀ ਕਿ ਰੋਸ਼ਨੀ ਰੋਜ਼ਾਨਾ ਇਹੀ ਕੰਮ ਕਰਨ ਲੱਗ ਪਈ। ਉਹ ਆਪਣੇ ਚਾਚੇ ਤੇ ਹੱਥ ਤੋਂ ਹੀ ਖਾਣਾ ਖਾਵੇਗੀ ਅਤੇ ਵਿਜੇ ਉਸ ਨੂੰ ਖਾਣੇ ਦੇ ਬਹਾਨੇ 2-3 ਘੰਟੇ ਤੋਂ ਪਹਿਲਾਂ ਉਸਦੇ ਕਮਰੇ ਤੋਂ ਬਾਹਰ ਨਹੀਂ ਆਉਂਦਾ ਸੀ। ਮੈਂ ਸੋਚਿਆ ਕਿ ਸ਼ਾਇਦ ਦੋਵੇਂ ਇਕੱਠੇ ਟੀਵੀ ਦੇਖਦੇ ਹੋਣਗੇ ਜਿਸ ਵਿੱਚ ਉਹ ਰੁੱਝੇ ਰਹਿੰਦੇ ਹੋਣਗੇ, ਪਰ ਜਦੋਂ ਮੈਂ ਇੱਕ ਦਿਨ ਜਾ ਕੇ ਦੇਖਿਆ ਤਾਂ ਅਜਿਹਾ ਕੁਝ ਨਹੀਂ ਸੀ। ਉਹ ਦੋਵੇਂ ਕਮਰੇ ਵਿੱਚ ਬੈਠ ਕੇ ਗੱਲਾਂ ਕਰ ਰਹੇ ਸੀ। ਇੱਕ ਦਿਨ 2.5 ਘੰਟੇ ਤੋਂ ਵੱਧ ਸਮਾਂ ਬੀਤ ਗਿਆ ਤੇ ਮੈਨੂੰ ਗੁੱਸਾ ਆ ਰਿਹਾ ਸੀ ਕਿ ਇਹ ਵੀ ਗੱਲ ਕਰਨ ਦਾ ਕੋਈ ਸਮਾਂ? ਆਖਿਰ ਰਾਤ ਦੇ 2 ਵਜੇ ਕੌਣ ਇੰਨੀਆਂ ਗੱਲਾਂ ਕਰਦਾ ਆ? ਜਿਵੇਂ ਹੀ ਮੈਂ ਦਰਵਾਜ਼ਾ ਖੜਕਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਇਹ ਦੇਖ ਕੇ ਹੈਰਾਨ ਰਹਿ ਕਿ ਦਰਵਾਜ਼ਾ ਅੰਦਰੋਂ ਬੰਦ ਸੀ। ਮੈਂ ਜ਼ੋਰ ਨਾਲ ਦਰਵਾਜ਼ਾ ਖੜਕਾਉਣ ਲੱਗੀ। ਦਰਵਾਜ਼ਾ ਖੁੱਲ੍ਹ ਗਿਆ। ਇਸ ਵਿੱਚ 10 ਮਿੰਟ ਲੱਗ ਗਏ। ਮੈਂ ਕਿਹਾ ਕਿ ਇਹ ਦਰਵਾਜ਼ਾ ਅੰਦਰੋਂ ਕਿਉਂ ਬੰਦ ਕੀਤਾ? ਤੇ ਫਿਰ ਮੈਂ ਕਿੰਨੀ ਦੇਰ ਤੱਕ ਦਰਵਾਜ਼ੇ ਨੂੰ ਖੜਕਾ ਰਹੀ ਹਾਂ। ਕੀ ਦਰਵਾਜ਼ਾ ਖੋਲ੍ਹਣ ਲਈ ਇੰਨਾ ਸਮਾਂ ਲੱਗਦਾ? ਤੁਸੀਂ ਦੋਵੇਂ ਦਰਵਾਜ਼ਾ ਬੰਦ ਕਰਕੇ ਅੰਦਰ ਕੀ ਕਰ ਰਹੇ ਹੋ? ਕੀ ਇਹ ਵੀ ਕੋਈ ਤਰੀਕਾ ਹੈ? ਵਿਜੇ ਨੇ ਕਿਹਾ, ਭਾਬੀ ਸ਼ਾਇਦ ਦਰਵਾਜ਼ਾ ਗਲਤੀ ਨਾਲ ਬੰਦ ਹੋ ਗਿਆ। ਅਸੀਂ ਟੀਵੀ ਵੇਖ ਰਹੇ ਸੀ, ਇਸ ਲਈ ਸਾਨੂੰ ਆਵਾਜ਼ ਸੁਣਾਈ ਨਹੀਂ ਦਿੱਤੀ। ਮੈਂ ਕਿਹਾ, ਤੁਸੀਂ ਰਾਤ ਦੇ 2 ਵਜੇ ਟੀਵੀ ਵੇਖ ਰਹੇ ਹੋ? ਕੀ ਇਹ ਟੀਵੀ ਵੇਖਣ ਦਾ ਸਮਾਂ ਆ? ਇਸ ਤੋਂ ਇਲਾਵਾ ਤੁਸੀਂ ਕਿਸੇ VIP ਘਰ ਵਿੱਚ ਨਹੀਂ ਰਹਿੰਦੇ ਜਿੱਥੇ ਆਟੋਮੈਟਿਕ ਤਾਲੇ ਲੱਗੇ ਹੋਣਗੇ। ਇਹ ਘਰ ਕੋਈ ਆਟੋਮੈਟਿਕ ਦਰਵਾਜ਼ਾ ਨਹੀਂ ਹੈ ਜਿਸ ਦੀ ਕੁੰਡੀ ਆਪਣੇ ਆਪ ਲੌਕ ਹੋ ਜਾਵੇਗੀ। ਮੈਂ ਆਪਣੇ ਦਿਓਰ ਨੂੰ ਕਿਹਾ ਕਿ ਤੂੰ ਆਪਣੇ ਕਮਰੇ ਵਿੱਚ ਜਾ ਕੇ ਸੌਂ ਜਾ ਤੇ ਅੱਗੇ ਤੋਂ ਅਜਿਹੀ ਹਰਕਤ ਨਾ ਕਰੀਂ। ਮੈਂ ਆਪਣੀ ਧੀ ਨੂੰ ਵੀ ਝਿੜਕਿਆ। ਮੇਰੀ ਧੀ ਆਪਣੀ ਪੜ੍ਹਾਈ ਪੂਰੀ ਕਰਨ ਵਾਲੀ ਸੀ। ਹੁਣ ਉਹ ਵਿਆਹ ਵਾਲੀ ਉਮਰ ਦੀ ਸੀ। ਮੈਂ ਨਹੀਂ ਚਾਹੁੰਦੀ ਸੀ ਕਿ ਉਹ ਕਿਸੇ ਗਲਤ ਕੰਮ ਵਿੱਚ ਫਸੇ ਤੇ ਇਸ ਲਈ ਮੈਂ ਜਲਦੀ ਤੋਂ ਜਲਦੀ ਉਸ ਦਾ ਵਿਆਹ ਕਰਨਾ ਚਾਹੁੰਦੀ ਸੀ, ਜਦ ਕਿ ਮੇਰਾ ਵਿਆਹ ਵੀ ਛੋਟੀ ਉਮਰ ਵਿੱਚ ਹੀ ਹੋਇਆ ਸੀ। ਮੈਂ ਇੱਕ ਰਿਸ਼ਤੇ ਵਾਲੀ ਨੂੰ ਦੱਸਿਆ ਤੇ ਉਹ ਮੇਰੀ ਧੀ ਲਈ ਰਿਸ਼ਤਾ ਲੈ ਕੇ ਆਈ। ਮੁੰਡੇ ਦੀ ਮਾਂ ਨੂੰ ਵੀ ਨਾਲ ਲੈ ਕੇ ਆਈ। ਮੁੰਡੇ ਦੀ ਮਾਂ ਨੇ ਮੇਰੀ ਧੀ ਨੂੰ ਦੇਖਿਆ ਤੇ 2-3 ਸਵਾਲ ਪੁੱਛੇ। ਇਸ ਤੋਂ ਬਾਅਦ ਮੈਂ ਆਪਣੀ ਧੀ ਨੂੰ ਕਮਰੇ ਵਿੱਚ ਭੇਜ ਦਿੱਤਾ। ਮੇਰਾ ਦਿਓਰ ਕੰਮ ਤੇ ਗਿਆ ਹੋਇਆ ਸੀ, ਪਰ ਪਤਾ ਨਹੀਂ ਕਿਵੇਂ ਉਹ ਕੰਮ ਛੱਡ ਕੇ ਘਰ ਆ ਗਿਆ ਤੇ ਘਰ ਆਉਂਦਿਆਂ ਹੀ ਉਸਨੇ ਲੜਕੇ ਵਾਲਿਆਂ ਨਾਲ ਬਦਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ ਤੇ ਉਸਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਲੜਕੀ ਚੰਗੀ ਨਹੀਂ ਆ, ਨਾ ਹੀ ਉਸਨੇ ਤੁਹਾਡੇ ਲਈ ਨਾਸ਼ਤਾ ਬਣਾਇਆ ਹੈ। ਇਹ ਸਾਰਾ ਨਾਸ਼ਤਾ ਬਾਜ਼ਾਰ ਤੋਂ ਆਇਆ ਆ, ਇਸ ਨੂੰ ਕੁਝ ਨਹੀਂ ਆਉਂਦਾ ਤੇ ਉਹ ਲੜਕੀ ਪੂਰੀ ਤਰ੍ਹਾਂ ਅਨਪੜ੍ਹ ਹੈ। ਤੇ ਉਸਨੇ ਕਿਹਾ ਕਿ ਇਹ ਲੜਕੀ ਹਰ ਕਿਸੇ ਨਾਲ ਲੜਦੀ ਰਹਿੰਦੀ ਆ। ਉਹ ਔਰਤ ਮੇਰੇ ਦਿਓਰ ਵੱਲ ਬੜੀ ਹੈਰਾਨੀ ਨਾਲ ਵੇਖ ਰਹੀ ਸੀ ਤੇ ਵਾਰ-ਵਾਰ ਮੇਰੇ ਵੱਲ ਵੀ ਵੇਖ ਰਹੀ ਸੀ। ਮੈਂ ਬਹੁਤ ਪਰੇਸ਼ਾਨ ਸੀ ਤੇ ਸੋਚ ਰਹੀ ਸੀ ਕਿ ਵਿਜੇ ਇਸ ਤਰ੍ਹਾਂ ਦਾ ਡਰਾਮਾ ਰਚ ਰਿਹਾ। ਉਹ ਜੋ ਕਹਿ ਰਿਹਾ ਇਸ ਵਿੱਚ ਕੋਈ ਸੱਚਾਈ ਨਹੀਂ ਸੀ। ਉਸ ਨੂੰ ਵੀ ਇਹ ਪਤਾ ਸੀ ਕਿ ਉਹ ਝੂਠ ਬੋਲ ਰਿਹਾ, ਪਰ ਨਹੀਂ, ਉਹ ਲੜਕੇ ਵਾਲਿਆਂ ਨਾਲ ਝੂਠ ਕਿਉਂ ਬੋਲ ਰਿਹਾ ਸੀ? ਮੇਰੀ ਧੀ ਨੇ ਕਿਸੇ ਨਾਲ ਕਦੇ ਕੋਈ ਲੜਾਈ ਨਹੀਂ ਕੀਤੀ ਸੀ। ਮੈਨੂੰ ਵਿਜੇ ਤੋਂ ਅਜਿਹੀ ਉਮੀਦ ਬਿਲਕੁਲ ਨਹੀਂ ਸੀ। ਪਤਾ ਨਹੀਂ ਇਸ ਮੁੰਡੇ ਨੂੰ ਕੀ ਹੋ ਗਿਆ। ਮੈਂ ਆਪ ਵੀ ਇਹ ਵੇਖ ਕੇ ਹੈਰਾਨ ਰਹਿ ਗਈ ਕਿ ਉਹ ਕੋਈ ਨਸ਼ਾ ਕਰਕੇ ਤਾਂ ਨਹੀਂ ਆਇਆ। ਤਾਂ ਲੜਕੇ ਦੀ ਮਾਂ ਕਹਿਣ ਲੱਗੀ ਕਿ ਸਾਨੂੰ ਅਜਿਹੀ ਬਦਤਮੀਜ਼ ਕੁੜੀ ਨਾਲ ਰਿਸ਼ਤਾ ਨਹੀਂ ਕਰਨਾ ਚਾਹੀਦਾ ਤੇ ਉਹ ਬਹੁਤ ਸਾਰੀਆਂ ਚੰਗੀਆਂ ਮਾੜੀਆਂ ਗੱਲਾਂ ਕਹਿ ਕੇ ਸਾਡੇ ਘਰੋਂ ਚਲੀ ਗਈ। ਜਿਵੇਂ ਹੀ ਉਹ ਚਲੇ ਗਏ, ਉਹਨਾਂ ਦੇ ਜਾਣ ਤੋਂ ਬਾਅਦ ਜਦੋਂ ਮੈਂ ਵਿਜੇ ਨੂੰ ਪੁੱਛਿਆ ਕਿ ਉਸਨੇ ਇਹ ਸਭ ਕਿਉਂ ਕੀਤਾ, ਵਿਜੇ ਨੇ ਕਿਹਾ, ਭਾਬੀ ਤੁਸੀਂ ਇਹਨਾਂ ਲੋਕਾਂ ਦੇ ਚਿਹਰੇ ਦੇਖੇ ਹਨ? ਇਹ ਲੋਕ ਬਿਲਕੁਲ ਵੀ ਚੰਗੇ ਸੁਭਾਅ ਵਾਲੇ ਨਹੀਂ ਹਨ। ਮੈਂ ਆਪਣੀ ਇਕਲੌਤੀ ਭਤੀਜੀ ਦਾ ਵਿਆਹ ਇਹਨਾਂ ਲੋਕਾਂ ਦੇ ਘਰ ਨਹੀਂ ਕਰਾਂਗਾ। ਮੈਨੂੰ ਉਹ ਮੁੰਡਾ ਬਿਲਕੁਲ ਵੀ ਪਸੰਦ ਨਹੀਂ। ਤੁਸੀਂ ਵੇਖਿਆ
ਕਿ ਸਾਡੀ ਰੋਸ਼ਨੀ ਕਿੰਨੀ ਸੋਹਣੀ ਆ ਤੇ ਜਵਾਨ ਆ, ਜਦੋਂ ਕਿ ਉਸ ਦਾ ਪੁੱਤਰ ਇੰਨੀ ਵੱਡੀ ਉਮਰ ਦਾ ਲੱਗ ਰਿਹਾ ਸੀ। ਮੈਨੂੰ ਇਹ ਲੜਕਾ ਬਿਲਕੁਲ ਪਸੰਦ ਨਹੀਂ, ਇਸ ਲਈ ਮੈਂ ਅਜਿਹਾ ਕਿਹਾ। ਮੈਂ ਵਿਜੇ ਨੂੰ ਕਿਹਾ, ਪਾਗਲ, ਤੂੰ ਮੈਨੂੰ ਵੀ ਇੱਕ ਵਾਰ ਪੁੱਛ ਸਕਦਾ ਸੀ। ਤੈਨੂੰ ਅਜਿਹਾ ਡਰਾਮਾ ਰਚਣ ਦੀ ਕੀ ਲੋੜ ਸੀ? ਤੂੰ ਉਹਨਾਂ ਲੋਕਾਂ ਨੂੰ ਮਾੜਾ ਕਿਉਂ ਬੋਲਿਆ? ਸਗੋਂ ਉਹਨਾਂ ਦੇ ਸਾਹਮਣੇ ਆਪਣੀ ਹੀ ਭਤੀਜੀ ਦੀ ਬੇਇੱਜ਼ਤੀ ਵੀ ਕਰਵਾ ਦਿੱਤੀ। ਹੁਣ ਦੇਖ, ਜੇ ਇਹ ਲੋਕ ਕਿਤੇ ਹੋਰ ਜਾ ਕੇ ਸਾਡੀ ਧੀ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਤਾਂ ਸਾਡੇ ਘਰ ਰਿਸ਼ਤੇ ਨਹੀਂ ਆਉਣਗੇ। ਵਿਜੇ ਕਹਿਣ ਲੱਗਾ ਕਿ ਅਜਿਹਾ ਕੁਝ ਨਹੀਂ ਹੋਵੇਗਾ ਭਾਬੀ, ਜਿਵੇਂ ਤੁਸੀਂ ਸੋਚ ਰਹੇ ਹੋ। ਮੈਂ ਅਜਿਹਾ ਇਸ ਲਈ ਕੀਤਾ ਹੈ ਕਿ ਜੋ ਅਜਿਹੇ ਮਾੜੇ ਲੋਕ ਦੁਬਾਰਾ ਸਾਡੇ ਘਰ ਰਿਸ਼ਤਾ ਲੈ ਕੇ ਨਾ ਆਉਣ। ਅਤੇ ਤੁਸੀਂ ਉਹਨਾਂ ਲੋਕਾਂ ਨੂੰ ਇੰਨਾ ਪਸੰਦ ਕਰ ਰਹੇ ਸੀ, ਬਸ ਉਹਨਾਂ ਦੇ ਘਰ ਅਤੇ ਜਾਇਦਾਦ ਨੂੰ ਦੇਖ ਕੇ ਸਾਡੀ ਰੋਸ਼ਨੀ ਨੂੰ ਉਹਨਾਂ ਦੇ ਘਰ ਤੋਰਨਾ ਚਾਹੁੰਦੇ ਸੀ। ਮੈਨੂੰ ਵਿਜੇ ਦੀਆਂ ਇਹ ਹਰਕਤਾਂ 'ਤੇ ਬਹੁਤ ਗੁੱਸਾ ਆਇਆ, ਪਰ ਹੁਣ ਜੋ ਕੁਝ ਹੋ ਗਿਆ ਸੀ, ਇਸ ਤੋਂ ਬਾਅਦ ਉਹਨਾਂ ਲੋਕਾਂ ਨਾਲ ਦੁਬਾਰਾ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਸੀ। ਜੇ ਮੈਂ ਕਹਿੰਦੀ ਕਿ ਮੇਰਾ ਦਿਓਰ ਮਜ਼ਾਕ ਕਰ ਰਿਹਾ ਸੀ, ਫਿਰ ਵੀ ਉਹ ਮੇਰੀ ਗੱਲ ਨਾ ਸੁਣਦੇ। ਸ਼ਾਮ ਨੂੰ ਵਿਜੇ ਅਤੇ ਰੋਸ਼ਨੀ ਵਿਹੜੇ ਵਿੱਚ ਬੈਠੇ ਸਮੋਸੇ ਖਾ ਰਹੇ ਸੀ ਤੇ ਖੁੱਲ੍ਹ ਕੇ ਹੱਸ ਰਹੇ ਸੀ, ਜਦ ਕਿ ਮੇਰਾ ਬਹੁਤ ਮੂਡ ਖਰਾਬ ਸੀ। ਮੈਨੂੰ ਨਹੀਂ ਪਤਾ ਸੀ ਕਿ ਉਹ ਕਿਸ ਗੱਲ ਤੋਂ ਖੁਸ਼ ਸੀ। ਇੱਕ ਦਿਨ ਮੈਂ ਆਪਣੀ ਧੀ ਦਾ ਕਮਰਾ ਸਾਫ਼ ਕਰ ਰਹੀ ਸੀ ਤੇ ਉਹ ਆਪਣੇ ਕਾਲਜ ਦੀ ਪ੍ਰੀਖਿਆ ਦੇਣ ਗਈ ਸੀ, ਤਾਂ ਉਸ ਦਾ ਮੋਬਾਈਲ ਘਰ ਵਿੱਚ ਹੀ ਰਹਿ ਗਿਆ। ਮੋਬਾਈਲ 'ਤੇ ਕਿਸੇ ਦੀ ਕਾਲ ਆਉਣੀ ਸ਼ੁਰੂ ਹੋ ਗਈ। ਜਦੋਂ ਮੈਂ ਕਾਲ ਚੁੱਕੀ ਤਾਂ ਰੋਸ਼ਨੀ ਦੀ ਕਾਲਜ ਦੀ ਸਹੇਲੀ ਬੋਲ ਰਹੀ ਸੀ। ਉਹ ਕਹਿਣ ਲੱਗੀ, ਆਂਟੀ, ਹੁਣ ਰੋਸ਼ਨੀ ਦੀ ਸਿਹਤ ਕਿਵੇਂ ਆ? ਰੋਸ਼ਨੀ ਨੇ ਕਾਲਜ 'ਚ ਅਪਲਾਈ ਕੀਤਾ ਹੈ ਅਤੇ ਦੱਸਿਆ ਹੈ ਕਿ ਉਹ ਠੀਕ ਨਹੀਂ ਹੈ, ਇਸ ਲਈ ਉਸ ਨੂੰ 2 ਦਿਨ ਦੀ ਛੁੱਟੀ ਚਾਹੀਦੀ ਆ। ਮੈਂ ਉਸ ਨੂੰ ਦੱਸਿਆ ਕਿ ਰੋਸ਼ਨੀ ਕਾਲਜ ਗਈ ਹੋਈ ਆ, ਉਸ ਨੇ ਕੋਈ ਅਰਜ਼ੀ ਨਹੀਂ ਦਿੱਤੀ ਅਤੇ ਅਸਲ ਵਿੱਚ ਉਸ ਦੀ ਸਿਹਤ ਵੀ ਬਿਲਕੁਲ ਠੀਕ ਆ। ਉਸ ਨੇ ਕਿਹਾ, ਨਹੀਂ ਆਂਟੀ ਜੀ, ਉਹ ਅਰਜ਼ੀ ਤੋਂ ਤੁਹਾਡੇ ਦਸਤਕ ਵੀ ਹਨ। ਉਸ ਨੇ ਮੈਨੂੰ ਦੱਸਿਆ ਸੀ ਕਿ ਕਾਲਜ ਵਿੱਚ ਇਮਤਿਹਾਨ ਚੱਲ ਰਹੇ ਹਨ ਅਤੇ ਉਹ ਸਿਰਫ ਇਮਤਿਹਾਨ ਦੇਣ ਲਈ ਕਾਲਜ ਗਈ ਆ। ਪਰ ਉਸ ਦੀ ਸਹੇਲੀ ਨੇ ਦੱਸਿਆ ਕਿ ਨਹੀਂ ਆਂਟੀ, ਕਾਲਜ ਵਿੱਚ ਇਮਤਿਹਾਨ ਨਹੀਂ ਚੱਲ ਰਹੇ ਅਤੇ ਲੰਮੇ ਸਮੇਂ ਤੋਂ ਰੋਸ਼ਨੀ ਕਾਲਜ ਵਿੱਚ ਨਹੀਂ ਆ ਰਹੀ। ਮੈਂ ਬਹੁਤ ਚਿੰਤਾ ਵਿੱਚ ਸੀ ਕਿ ਮੇਰੀ ਧੀ ਕੀ ਕਰ ਰਹੀ ਆ। ਰੋਸ਼ਨੀ ਇਹ ਕਹਿ ਕੇ ਘਰੋਂ ਨਿਕਲ ਜਾਂਦੀ ਸੀ ਕਿ ਉਹ ਕਾਲਜ ਜਾ ਰਹੀ ਆ। ਫਿਰ ਉਹ ਕਾਲਜ ਕਿਉਂ ਨਹੀਂ ਜਾ ਰਹੀ? ਮੈਂ ਉਸ ਦੀ ਸਹੇਲੀ ਨੂੰ ਕਿਹਾ ਕਿ ਉਹ ਉਸ ਨੂੰ ਨਾ ਦੱਸੇ ਕਿ ਤੁਸੀਂ ਮੇਰੇ ਨਾਲ ਗੱਲ ਕੀਤੀ ਆ, ਅਤੇ ਕਾਲ ਡਿਸਕਨੈਕਟ ਕਰਨ ਤੋਂ ਬਾਅਦ ਮੈਂ ਰੋਸ਼ਨੀ ਦਾ ਮੋਬਾਈਲ ਉਸ ਦੇ ਕਮਰੇ ਵਿੱਚ ਰੱਖਿਆ। ਸ਼ਾਮ ਨੂੰ ਮੈਂ ਵਿਜੇ ਅਤੇ ਰੋਸ਼ਨੀ ਨੂੰ ਬੁਲਾਇਆ। ਕਮਰੇ ਦਾ ਮਾਹੌਲ ਬਿਲਕੁਲ ਅਦਾਲਤ ਵਰਗਾ ਸੀ। ਮੈਂ ਖੁਦ ਹੀ ਰੋਸ਼ਨੀ ਨੂੰ ਉਸ ਦੀ ਸਹੇਲੀ ਦੇ ਫੋਨ ਬਾਰੇ ਦੱਸਿਆ ਅਤੇ ਪੁੱਛਿਆ ਕਿ ਇਹ ਸਭ ਕੀ ਆ? ਤੂੰ ਕਾਲਜ ਦੇ ਬਹਾਨੇ ਕਿੱਥੇ ਜਾ ਰਹੀ ਆ? ਤੇਰੀ ਦੋਸਤ ਦੱਸ ਰਹੀ ਸੀ ਕਿ ਤੂੰ ਲਗਭਗ 5 ਦਿਨਾਂ ਤੋਂ ਕਾਲਜ ਨਹੀਂ ਆ ਰਹੀ ਅਤੇ ਤੂੰ ਅਰਜ਼ੀ ਵੀ ਦਿੱਤੀ ਆ, ਜਿਸ 'ਤੇ ਤੂੰ ਮੇਰੇ ਜਾਲੀ ਦਸਤਕ ਵੀ ਕੀਤੇ ਆ। ਤੂੰ ਝੂਠ ਬੋਲਣ ਦੀ ਹਿੰਮਤ ਕਿਵੇਂ ਕੀਤੀ ਅਤੇ ਤੂੰ ਇਹ ਸਭ ਕੀ ਕਰ ਰਹੀ ਆ? ਵਿਜੇ ਅਤੇ ਰੋਸ਼ਨੀ ਸਿਰ ਝੁਕਾ ਕੇ ਖੜ੍ਹੇ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦੀ ਚੋਰੀ ਫੜੀ ਗਈ ਆ। ਮੈਨੂੰ ਬਹੁਤ ਗੁੱਸਾ ਆਇਆ ਅਤੇ ਮੈਂ ਕਿਹਾ, ਤੂੰ ਜੋ ਵੀ ਕੀਤਾ ਸੱਚ ਦੱਸ, ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ। ਮੈਂ ਚੰਗੀ ਤਰ੍ਹਾਂ ਜਾਣਦੀ ਸੀ ਕਿ ਮੇਰੇ ਦਿਓਰ ਨੇ ਰੋਸ਼ਨੀ ਦਾ ਸਾਥ ਦਿੱਤਾ ਆ। ਮੈਂ ਆਪਣੀ ਧੀ ਨੂੰ ਕਿਹਾ ਕਿ ਮੈਂ ਤੈਨੂੰ ਪੈਸੇ ਦੇਣਾ ਬੰਦ ਕਰ ਦੇਵਾਂਗੀ, ਫਿਰ ਦੇਖਾਂਗੀ ਤੂੰ ਆਪਣਾ ਖਰਚਾ ਕਿਵੇਂ ਕਰੇਂਗੀ। ਫਿਰ ਅਚਾਨਕ ਰੋਸ਼ਨੀ ਕਹਿਣ ਲੱਗੀ, ਮਾਂ, ਮੈਂ ਕੁਝ ਦਿਨਾਂ ਲਈ ਛੁੱਟੀ ਲੈ ਲਈ ਸੀ ਅਤੇ ਮੈਂ ਆਪਣੇ ਦੋਸਤਾਂ ਨਾਲ ਫਿਲਮ ਦੇਖਣ ਜਾਂਦੀ ਸੀ। ਚਾਚੇ ਤੋਂ ਇਜਾਜ਼ਤ ਲੈ ਕੇ ਅਸੀਂ ਕੁੜੀਆਂ ਇਕੱਠੀਆਂ ਪਾਰਕ ਜਾਂਦੀਆਂ ਸੀ। ਮੈਂ ਕਿਹਾ ਕਿ ਤੈਨੂੰ ਐਤਵਾਰ ਨੂੰ ਬਾਹਰ ਜਾ ਕੇ ਫਿਲਮਾਂ ਦੇਖਣ ਲਈ ਨਹੀਂ ਮਿਲਦੀ? ਵਿਜੇ ਨੇ ਕਿਹਾ, ਭਾਬੀ, ਮੇਰਾ ਫਿਲਮ ਦੇਖਣ ਦਾ ਦਿਲ ਕਰ ਰਿਹਾ ਸੀ, ਇਸ ਲਈ ਮੈਂ ਉਸ ਨੂੰ ਕਿਹਾ ਕਾਲਜ ਤੋਂ ਛੁੱਟੀ ਲੈਣ ਅਤੇ ਤੇਰੇ ਨਾਲ ਝੂਠ ਬੋਲਣ ਲਈ। ਮੈਂ ਵਿਜੇ ਨੂੰ ਪੁੱਛਿਆ ਕਿ ਤੂੰ ਇਹ ਕੀ ਕਹਿ ਰਿਹਾ? ਉਸ ਨੇ ਕਿਹਾ, ਭਾਬੀ, ਮੈਨੂੰ ਮਾਫ਼ ਕਰ ਦੇ। ਮੈਂ ਤੇਰੇ ਤੋਂ ਮਾफ़ੀ ਮੰਗਦਾ ਅਤੇ ਰੋਸ਼ਨੀ ਨੂੰ ਮਾਫ਼ ਕਰ ਦੇ। ਇਸ ਵਿੱਚ ਉਸ ਦੀ ਵੀ ਕੋਈ ਗਲਤੀ ਨਹੀਂ। ਮੇਰਾ ਦਿਲ ਫਿਲਮ ਦੇਖਣ ਨੂੰ ਕਰਦਾ ਸੀ, ਇਸ ਲਈ ਮੈਂ ਰੋਸ਼ਨੀ ਨੂੰ ਕਾਲਜ ਤੋਂ ਛੁੱਟੀ ਲੈਣ ਲਈ ਕਿਹਾ ਸੀ। ਅਸੀਂ ਇੱਕ ਦਿਨ ਫਿਲਮ ਦੇਖਣ ਗਏ ਅਤੇ ਦੂਜੇ ਦਿਨ ਪਾਰਕ ਚਲੇ ਗਏ। ਮੈਨੂੰ ਇਹਨਾਂ ਦੋਹਾਂ ਦਾ ਵਿਹਾਰ ਬਿਲਕੁਲ ਵੀ ਸਮਝ ਨਹੀਂ ਆ ਰਿਹਾ ਸੀ। ਪਤਾ ਨਹੀਂ ਇਹ ਲੋਕ ਕੀ ਕਹਿ ਰਹੇ ਸੀ। ਮੇਰਾ ਦਿਓਰ ਅਤੇ ਮੇਰੀ ਧੀ ਘਰ ਵਿੱਚ ਵੀ ਇਹੋ ਜਿਹੀਆਂ ਅਜੀਬ ਗੱਲਾਂ ਕਰਦੇ ਰਹਿੰਦੇ ਸਨ। ਹੁਣ ਮੈਂ ਦੋਹਾਂ 'ਤੇ ਪੂਰੀ ਨਜ਼ਰ ਰੱਖਣ ਲੱਗ ਪਈ। ਉਹ ਦੋਵੇਂ ਘਰ ਵਿੱਚ ਬਹੁਤ ਹੱਸਣ ਅਤੇ ਮਜ਼ਾਕ ਕਰਨ ਲੱਗੇ ਅਤੇ ਕਈ ਵਾਰ 2-2 ਘੰਟੇ ਇੱਕ ਦੂਜੇ ਨਾਲ ਬੈਠ ਕੇ ਗੱਲਾਂ ਕਰਦੇ ਰਹਿੰਦੇ। ਚਾਚਾ ਭਤੀਜੀ ਵਿੱਚ ਬਹੁਤ ਪਿਆਰ ਹੋ ਗਿਆ। ਇਹਨਾਂ ਦੋਹਾਂ ਨੂੰ ਇੱਕ ਦੂਜੇ ਤੋਂ ਬਿਨਾਂ ਹੋਰ ਕੋਈ ਨਹੀਂ ਦਿਸਦਾ ਸੀ। ਇਸ ਦੌਰਾਨ ਮੈਂ ਰੋਸ਼ਨੀ ਲਈ ਕੋਈ ਹੋਰ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੱਤਾ ਅਤੇ ਮੈਂ ਆਪਣੇ ਦਿਓਰ ਨੂੰ ਕਿਹਾ
ਕਿ ਜੇਕਰ ਹੁਣ ਤੈਨੂੰ ਲੜਕੇ ਵਿੱਚ ਕੋਈ ਕਮੀ ਨਜ਼ਰ ਆਉਂਦੀ ਤੂੰ ਤਾਂ ਮੈਨੂੰ ਦੱਸ। ਲੋਕਾਂ ਦੇ ਸਾਹਮਣੇ ਡਰਾਮਾ ਕਰਨ ਦੀ ਕੋਈ ਲੋੜ ਨਹੀਂ, ਕਿਉਂਕਿ ਤੈਨੂੰ ਇਸ ਬਾਰੇ ਬਹੁਤਾ ਨਹੀਂ ਪਤਾ ਕਿ ਅਜਿਹਾ ਕਰਨ ਨਾਲ ਆਪਣੀ ਹੀ ਬੇਟੀ ਦੀ ਬਦਨਾਮੀ ਹੋਵੇਗੀ। ਇਸ ਲਈ ਤੇਰੀ ਭਤੀਜੀ ਲਈ ਰਿਸ਼ਤੇ ਆਉਣੇ ਵੀ ਬੰਦ ਹੋ ਜਾਣਗੇ। ਇਹ ਸੁਣਨ ਤੋਂ ਬਾਅਦ ਮੇਰੇ ਦਿਓਰ ਨੇ ਬੜੀ ਅਜੀਬ ਜਿਹੀ ਗੱਲ ਕਹੀ। ਉਸਨੇ ਕਿਹਾ ਕਿ ਮੇਰੀ ਭਤੀਜੀ ਲਈ ਰਿਸ਼ਤਿਆਂ ਦੀ ਕੋਈ ਕਮੀ ਨਹੀਂ ਆ। ਮੈਂ ਵਿਜੇ ਨੂੰ ਕਿਹਾ, ਤੂੰ ਕੀ ਕਹਿਣਾ ਚਾਹੁੰਦਾ? ਤੇਰਾ ਕੀ ਮਤਲਬ ਆ? ਤੈਨੂੰ ਰਿਸ਼ਤਿਆਂ ਦੀ ਲੋੜ ਨਹੀਂ? ਮੇਰਾ ਦਿਓਰ ਕਹਿਣ ਲੱਗਾ, ਇਹ ਤਾਂ ਮੇਰੇ ਮੂੰਹੋਂ ਨਿਕਲ ਗਿਆ। ਅਜਿਹੀ ਕੋਈ ਗੱਲ ਨਹੀਂ ਹੈ। ਮੈਂ ਆਪਣੇ ਦਿਓਰ ਅਤੇ ਆਪਣੀ ਧੀ ਤੋਂ ਬਹੁਤ ਪਰੇਸ਼ਾਨ ਸੀ। ਪਤਾ ਨਹੀਂ ਉਹ ਕੀ ਕਰਦੇ ਰਹਿੰਦੇ ਸਨ, ਆਪਣੇ ਮਨ ਵਿੱਚ ਕੀ ਕੀ ਸੋਚਦੇ ਰਹਿੰਦੇ ਸਨ। ਇਹ ਮੇਰੇ ਕਾਰਨ ਹੀ ਸੀ, ਕਿਉਂਕਿ ਮੈਂ ਆਪਣੇ ਦਿਓਰ ਅਤੇ ਆਪਣੀ ਧੀ ਨੂੰ ਬਹੁਤ ਜ਼ਿਆਦਾ ਆਜ਼ਾਦੀ ਦਿੱਤੀ ਸੀ। ਵਿਜੇ ਸਾਰੀ ਰਾਤ ਮੇਰੀ ਧੀ ਦੇ ਕਮਰੇ ਵਿੱਚ ਬੈਠਦਾ ਸੀ। ਪਤਾ ਨਹੀਂ ਇਹਨਾਂ ਵਿੱਚ ਆਪਸ ਵਿੱਚ ਕਿਹੜੀ ਖਿਚੜੀ ਪੱਕ ਰਹੀ ਸੀ। ਇੱਕ ਰਾਤ ਮੈਂ ਰੋਸ਼ਨੀ ਦੇ ਕਮਰੇ ਵਿੱਚ ਪਰਦੇ ਦੇ ਪਿੱਛੇ ਲੁਕ ਕੇ ਖੜ ਗਈ। ਕੁਝ ਸਮੇਂ ਬਾਅਦ ਵਿਜੇ ਵੀ ਰੋਸ਼ਨੀ ਦੇ ਕਮਰੇ ਵਿੱਚ ਆ ਗਿਆ ਤੇ ਉਹ ਹਨੇਰੇ ਵਿੱਚ ਰੋਸ਼ਨੀ ਦੇ ਨੇੜੇ ਆਇਆ ਤੇ ਪੁੱਛਿਆ, ਕੀ ਹੋਇਆ, ਤੂੰ ਅੱਜ ਇੰਨੀ ਜਲਦੀ ਸੌਂ ਗਈ? ਅੱਜ ਬਹੁਤ ਸਾਰਾ ਕੰਮ ਆ। ਪਰ ਰੋਸ਼ਨੀ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ ਤੇ ਕਮਰੇ ਵਿੱਚ ਹਨੇਰਾ ਸੀ। ਫਿਰ ਮੇਰੇ ਦਿਓਰ ਨੇ ਕਿਹਾ ਕਿ ਸਿਰਫ 24 ਘੰਟੇ ਬਾਕੀ ਹਨ। ਫਿਰ ਸਾਨੂੰ ਕਿਸੇ ਤੋਂ ਡਰਨ ਜਾਂ ਲੁਕਾਉਣ ਦੀ ਕੋਈ ਲੋੜ ਨਹੀਂ। ਅਸੀਂ ਜੋ ਵੀ ਕਰਾਂਗੇ ਖੁੱਲ੍ਹ ਕੇ ਕਰਾਂਗੇ ਅਤੇ ਭਾਬੀ ਵੀ ਸਾਨੂੰ ਨਹੀਂ ਰੋਕ ਸਕੇਗੀ। ਅੱਜ ਮੈਂ ਇੰਨਾ ਖੁਸ਼ ਹਾਂ ਕਿ ਮੈਂ ਤੈਨੂੰ ਦੱਸਾਂ ਮੈਂ ਸੋਚ ਵੀ ਨਹੀਂ ਸਕਦਾ ਕਿ ਅਸੀਂ ਇੰਨੇ ਖੁਸ਼ਕਿਸਮਤ ਹੋ ਸਕਦੇ ਹਾਂ। ਮੈਂ ਵੀ ਆਪਣੇ ਭਵਿੱਖ ਦੇ ਸੁਪਨੇ ਦੇਖ ਰਿਹਾ ਤੇ ਤੂੰ ਦੇਖੀ, ਵਿਆਹ ਤੋਂ ਬਾਅਦ ਸਾਡੀ ਜ਼ਿੰਦਗੀ ਬਹੁਤ ਆਸਾਨ ਅਤੇ ਖੂਬਸੂਰਤ ਬਣ ਜਾਵੇਗੀ। ਵਿਆਹ ਦੀ ਗੱਲ ਸੁਣਦੇ ਹੀ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਆਖਰ ਮੇਰਾ ਦਿਓਰ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਸੀ, ਉਹ ਵੀ ਆਪਣੀ ਧੀ ਵਰਗੀ ਭਤੀਜੀ ਨਾਲ। ਉਸਨੇ ਕਿਹਾ ਕਿ ਤੂੰ ਆਪਣੇ ਵਿਆਹ ਦੇ ਕੱਪੜਿਆਂ ਦਾ ਇੰਤਜ਼ਾਮ ਕਰ ਲਿਆ ਨਾ? ਅਜਿਹਾ ਨਾ ਹੋਵੇ ਕਿ ਆਖਰੀ ਸਮੇਂ 'ਤੇ ਤੇਰੀ ਖਰੀਦਦਾਰੀ ਕਰਨ ਦੀ ਜਿੱਦ ਹੋ ਜਾਵੇ। ਮੈਂ ਆਪਣੀ ਖਰੀਦਦਾਰੀ ਕਰਨੀ ਸ਼ੁਰੂ ਕਰ ਦਿੱਤੀ ਆ। ਜਿਵੇਂ ਹੀ ਮੇਰੇ ਦਿਓਰ ਨੇ ਇਹ ਕਿਹਾ ਤਾਂ ਮੈਂ ਹੈਰਾਨ ਹੋ ਗਈ। ਮੈਂ ਲਾਈਟ ਆਨ ਕੀਤੀ ਤੇ ਆਪਣੇ ਦਿਓਰ ਦੇ ਮੂੰਹ 'ਤੇ ਥੱਪੜ ਜੜ ਦਿੱਤਾ। ਉਸ ਨੂੰ ਕਹਿਣ ਲੱਗੀ ਕਿ ਤੂੰ ਇਹ ਕਿਹੜੀਆਂ ਘਟੀਆਂ ਗੱਲਾਂ ਕਰ ਰਿਹਾ? ਤੂੰ ਕਿਸ ਨਾਲ ਵਿਆਹ ਕਰਨਾ ਚਾਹੁੰਦਾ ਤੇ ਤੂੰ ਕਿਸ ਦੇ ਵਿਆਹ ਦੇ ਪਹਿਰਾਵੇ ਦੀ ਗੱਲ ਕਰ ਰਿਹਾ? ਵਿਜੇ, ਅੱਜ ਮੈਨੂੰ ਦੱਸ ਪੂਰੀ ਸੱਚਾਈ। ਮੈਂ ਜਾਣਨਾ ਚਾਹੁੰਦੀ ਹਾਂ। ਮੇਰਾ ਰੌਲਾ ਸੁਣ ਕੇ ਰੋਸ਼ਨੀ ਵੀ ਜਾਗ ਪਈ ਤੇ ਮੇਰਾ ਹੱਥ ਫੜ ਕੇ ਕਿਹਾ, ਮਾਂ, ਚਾਚੇ ਨੂੰ ਨਾ ਮਾਰੋ। ਮੈਂ ਤੁਹਾਨੂੰ ਸਭ ਸੱਚ ਦੱਸ ਦਿੰਦੀ ਹਾਂ। ਮੈਂ ਆਪਣੀ ਧੀ ਨੂੰ ਚੀਕ ਕੇ ਕਿਹਾ, ਹਾਂ ਦੱਸ, ਤੂੰ ਕੀ ਦੱਸਣਾ ਚਾਹੁੰਦੀ ਆ? ਤੂੰ ਕੀ ਸਮਝਾਉਣਾ ਚਾਹੁੰਦੀ ਆ? ਮੈਂ ਤੈਨੂੰ ਲੋੜ ਤੋਂ ਵੱਧ ਪਿਆਰ ਦਿੱਤਾ ਤੇ ਤੂੰ ਇਸ ਦਾ ਫਾਇਦਾ ਉਠਾਇਆ। ਇਹ ਰਿਸ਼ਤਾ ਸਾਡੇ ਲਈ ਬਹੁਤ ਵਧੀਆ। ਤੇਰਾ ਚਾਚਾ ਤੇਰਾ ਕਿਤੇ ਵੀ ਰਿਸ਼ਤਾ ਨਹੀਂ ਕਰਨ ਦਿੰਦਾ। ਜਦੋਂ ਕੋਈ ਗੱਲ ਹੁੰਦੀ ਆ ਤਾਂ ਤੁਸੀਂ ਘਰੋਂ ਗਾਇਬ ਹੋ ਜਾਂਦੇ ਹੋ। ਹੁਣ ਤੇਰਾ ਚਾਚਾ ਇੱਥੇ ਬੈਠ ਕੇ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਸੀ? ਆਖਰ ਇਹ ਸਭ ਕੀ ਹੋ ਰਿਹਾ? ਤੁਸੀਂ ਦੋਵੇਂ ਮੇਰੀ ਸਹੁੰ ਖਾਓ ਤੇ ਮੈਨੂੰ ਦੱਸੋ, ਨਹੀਂ ਤਾਂ ਮੈਂ ਆਪਣੇ ਆਪ ਨੂੰ ਮਾਰ ਲਵਾਂਗੀ। ਮੈਂ ਬਿਲਕੁਲ ਵੀ ਹੋਸ਼ ਵਿੱਚ ਨਹੀਂ ਸੀ। ਜੋ ਕੁਝ ਮੇਰੇ ਮੂੰਹ ਵਿੱਚ ਆ ਰਿਹਾ ਸੀ ਮੈਂ ਬੋਲੀ ਜਾ ਰਹੀ ਸੀ। ਪਰ ਜਿਵੇਂ ਹੀ ਵਿਜੇ ਅਤੇ ਰੋਸ਼ਨੀ ਨੇ ਮੈਨੂੰ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੱਤੀ, ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਸਭ ਤੋਂ ਪਹਿਲਾਂ ਵਿਜੇ ਨੇ ਦੱਸਿਆ ਕਿ ਭਾਬੀ ਸਾਨੂੰ ਮਾਫ਼ ਕਰ ਦੇ। ਸਾਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਤੇ ਅਸੀਂ ਵਿਆਹ ਕਰਵਾਉਣਾ ਚਾਹੁੰਦੇ ਹਾਂ। ਜੇ ਅਸੀਂ ਤੁਹਾਨੂੰ ਦੱਸ ਦਿੰਦੇ ਤਾਂ ਤੁਸੀਂ ਪਤਾ ਨਹੀਂ ਕੀ ਕਰਨਾ ਸੀ। ਇਸ ਲਈ ਅਸੀਂ ਵਿਆਹ ਕਰਨ ਦਾ ਫੈਸਲਾ ਕਰ ਲਿਆ ਤੇ ਅਸੀਂ ਕਈ ਘੰਟੇ ਇੱਕ ਦੂਜੇ ਨਾਲ ਬੈਠ ਕੇ ਗੱਲਾਂ ਕਰਦੇ ਰਹਿੰਦੇ ਤੇ ਕੀ ਕਰਨਾ ਚਾਹੀਦਾ ਤੇ ਕਿਵੇਂ ਕਰਨਾ ਚਾਹੀਦਾ। ਮੈਂ ਆਪਣੇ ਅਤੇ ਰੋਸ਼ਨੀ ਦੇ ਵਿਆਹ ਲਈ ਪੈਸੇ ਇਕੱਠੇ ਕਰ ਰਿਹਾ ਸੀ। ਇਸ ਲਈ ਅਸੀਂ ਦੋਨਾਂ ਨੇ ਘਰੋਂ ਭੱਜ ਕੇ ਵਿਆਹ ਕਰਨ ਦਾ ਫੈਸਲਾ ਕਰ ਲਿਆ ਕਿ ਅਸੀਂ ਕੋਰਟ ਮੈਰਿਜ ਕਰਵਾਵਾਂਗੇ ਤੇ ਫਿਰ ਹੌਲੀ ਹੌਲੀ ਤੁਹਾਨੂੰ ਇਸ ਬਾਰੇ ਦੱਸ ਦੇਵਾਂਗੇ। ਭਾਬੀ, ਅਸੀਂ ਪਿਆਰ ਅੱਗੇ ਬੇਵਸ ਹਾਂ। ਅਸੀਂ ਤੁਹਾਨੂੰ ਦੁਖੀ ਨਹੀਂ ਕਰਨਾ ਚਾਹੁੰਦੇ ਸੀ। ਅਸੀਂ ਕੀ ਕਰ ਸਕਦੇ ਹਾਂ, ਕਿਉਂਕਿ ਅਸੀਂ ਪਿਆਰ ਵਿੱਚ ਸੀ। ਇਸ ਲਈ ਅਸੀਂ ਨਹੀਂ ਚਾਹੁੰਦੇ ਸੀ ਕਿ ਤੁਹਾਨੂੰ ਸਾਡੇ ਵਿਆਹ ਬਾਰੇ ਪਤਾ ਲੱਗੇ। ਅਸੀਂ ਇਹ ਗੱਲ ਉਹ ਤੁਹਾਡੇ ਤੋਂ ਉਦੋਂ ਤੱਕ ਗੁਪਤ ਰੱਖਣਾ ਚਾਹੁੰਦੇ ਸੀ ਜਦੋਂ ਤੱਕ ਸਾਡਾ ਵਿਆਹ ਨਹੀਂ ਹੋ ਜਾਂਦਾ ਸੀ। ਇਸ ਲਈ ਅਸੀਂ ਬਹਾਨੇ ਬਣਾਉਂਦੇ ਸੀ। ਮੇਰੀ ਧੀ ਅਤੇ ਦਿਓਰ ਨੇ ਮੇਰੇ ਅੱਗੇ ਹੱਥ ਜੋੜ ਕੇ ਕਿਹਾ ਕਿ ਸਾਨੂੰ ਮਾਫ਼ ਕਰ ਦਿਓ। ਮੈਂ ਤਾਂ ਆਪਣਾ ਸਿਰ ਫੜ ਕੇ ਬੈਠ ਗਈ ਕਿ ਇਹ ਸਭ ਬੋਲ ਕੀ ਰਹੇ ਹਨ। ਮੇਰੇ ਅੰਦਰ ਸੁਣਨ ਦੀ ਸ਼ਕਤੀ ਹੀ ਬਚੀ ਨਹੀਂ ਸੀ ਕਿ ਮੈਂ ਆਪਣੀ ਬੇਟੀ ਦੇ ਮੂੰਹੋਂ ਕੀ ਸੁਣ ਰਹੀ ਹਾਂ। ਇਹ ਸਭ ਮੇਰੀਆਂ ਹੀ ਗਲਤੀਆਂ ਦਾ ਨਤੀਜਾ ਸੀ, ਕਿਉਂਕਿ ਮੈਂ ਹੀ ਉਹਨਾਂ ਦੋਹਾਂ ਨੂੰ ਬਹੁਤ ਖੁੱਲ੍ਹ ਦੇ ਰੱਖੀ ਸੀ, ਜਿਸ ਕਾਰਨ ਉਹਨਾਂ ਨੇ ਮੈਨੂੰ ਮੇਰੀ ਇਸ ਖੁੱਲ੍ਹ ਦਾ ਇਹ ਸਿਲਾ ਦਿੱਤਾ। ਉਹਨਾਂ ਨੂੰ ਬਿਨਾਂ ਕੁਝ ਕਹੇ ਕਮਰੇ ਤੋਂ ਬਾਹਰ ਆ ਗਈ
ਤੇ ਸਾਡੇ ਘਰ ਦਾ ਮਾਹੌਲ ਤਣਾਅਪੂਰਨ ਬਣਿਆ ਰਹਿੰਦਾ। ਅਸੀਂ ਆਪਸ ਵਿੱਚ ਇੱਕ ਦੂਜੇ ਨਾਲ ਗੱਲ ਤੱਕ ਨਹੀਂ ਕਰਦੇ। ਧੰਨਵਾਦ ਜੀ। ਇਹ ਸੀ ਅੱਜ ਦੀ ਆਪਣੀ ਕਹਾਣੀ। ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ।